ਸਤਿ ਸ਼੍ਰੀ ਅਕਾਲ ਜੀ। ਲੈ ਕੇ ਆਏ ਜੀ ਅੱਜ ਦੀ ਨਵੀਂ ਕਹਾਣੀ। ਮੇਰੇ ਵਿਆਹ ਹੋਏ ਨੂੰ 2 ਮਹੀਨੇ ਹੀ ਹਜੇ ਹੋਏ ਸੀ। ਇਹਨਾਂ 2 ਮਹੀਨਿਆਂ ਵਿੱਚ ਘਰ ਵਿੱਚ ਜੋ ਕੁਝ ਵੀ ਹੁੰਦਾ ਸੀ ਮੈਂ ਦੇਖ ਚੁੱਕੀ ਸੀ ਤੇ ਮੇਰੇ ਹੋਸ਼ ਉੱਡ ਗਏ ਸੀ। ਮੈਂ ਸ਼ਹਿਰ ਦੀ ਰਹਿਣ ਵਾਲੀ ਪੜ੍ਹੀ ਲਿਖੀ ਕੁੜੀ ਵਿਆਹ ਕਰਵਾ ਕੇ ਪਿੰਡ ਆ ਚੁੱਕੀ ਸੀ। ਮੈਨੂੰ ਤਾਂ ਲੱਗਿਆ ਸੀ ਕਿ ਮੇਰੀ ਜ਼ਿੰਦਗੀ ਬੜੇ ਆਰਾਮ ਨਾਲ ਬੀਤੂਗੀ, ਪਰ ਇੱਥੋਂ ਦਾ ਰਹਿਣ ਸਹਿਣ ਤੇ ਤੌਰ ਤਰੀਕੇ ਬੜੇ ਅਜੀਬ ਜਿਹੇ ਸੀ। ਪਰ ਮੇਰਾ ਜੇਠ ਤਾਂ ਤੌਬਾ ਤੌਬਾ ਤੌਬਾ। ਉਹਨੂੰ ਦੇਖ ਕੇ ਤਾਂ ਮੇਰਾ ਸਰੀਰ ਕੰਬ ਜਾਂਦਾ ਸੀ। ਪੂਰੇ ਖਾਨਦਾਨ ਵਿੱਚ ਉਹਦੇ ਵਰਗਾ ਬੰਦਾ ਸ਼ਾਇਦ ਹੀ ਕਿਸੇ ਨੇ ਦੇਖਿਆ ਹੋਊਗਾ। ਮੇਰੀ ਜਠਾਣੀ ਤਾਂ ਆਪਣੇ ਘਰ ਵਾਲੇ ਦੀ ਦੀਵਾਨੀ ਸੀ। ਉਹਦਾ ਵੱਸ ਚੱਲਦਾ ਤਾਂ ਜੇਠ ਨੂੰ ਆਪਣੇ ਕਮਰੇ ਵਿੱਚੋਂ ਬਾਹਰ ਵੀ ਨਾ ਪੈਰ ਰੱਖਣ ਦਿੰਦੀ। ਉਹਦਾ ਉੱਚਾ ਲੰਮਾ ਸਰੀਰ, ਪਹਿਲਵਾਨਾਂ ਵਰਗੀ ਤਾਕਤ। ਪਹਿਲੀ ਵਾਰ ਜਦੋਂ ਆਪਣੇ ਜੇਠ ਨੂੰ ਮੈਂ ਦੇਖਿਆ ਤਾਂ ਮੈਨੂੰ ਇਦਾਂ ਲੱਗਦਾ ਸੀ ਕਿ ਉਹ ਕੋਈ ਪਹਿਲਵਾਨੀ ਕਰਦਾ ਹੋਊਗਾ, ਪਰ ਮੇਰਾ ਘਰ ਵਾਲਾ ਕਹਿੰਦਾ ਸੀ ਕਿ ਉਹ ਤਾਂ ਬਸ ਖੇਤੀਬਾੜੀ ਹੀ ਕਰਦਾ। ਇਹਦੇ ਇਲਾਵਾ ਤਾਂ ਉਹਨੂੰ ਕੋਈ ਹੋਰ ਕੰਮ ਵੀ ਨਹੀਂ ਆਉਂਦਾ। ਵਿਆਹ ਨੂੰ 2 ਮਹੀਨੇ ਬੜੇ ਆਰਾਮ ਨਾਲ ਲੰਘ ਗਏ, ਪਰ ਜਿੱਦਾਂ ਜਿੱਦਾਂ ਸਮਾਂ ਲੰਘਦਾ ਗਿਆ ਮੇਰੇ ਜੇਠ ਮੇਰੀ ਜ਼ਿੰਦਗੀ ਨੂੰ ਬਹੁਤ ਮੁਸ਼ਕਲ ਕਰਦਾ ਜਾ ਰਿਹਾ ਸੀ। ਮੈਂ ਜ਼ਿਆਦਾਤਰ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ, ਕਿਉਂਕਿ ਮੈਨੂੰ ਆਪਣੇ ਜੇਠ ਦੇ ਸਾਹਮਣੇ ਜਾਣਾ ਬਹੁਤ ਅਜੀਬ ਜਿਹਾ ਮਹਿਸੂਸ ਹੁੰਦਾ ਸੀ। ਪਰ ਮੈਂ ਮਜਬੂਰ ਹੋ ਜਾਂਦੀ ਸੀ। ਅਕਸਰ ਹੀ ਬਾਹਰ ਬਰਾਂਡੇ ਵਿੱਚ ਬਿਨਾਂ ਕਮੀਜ਼ ਦੇ ਹੀ ਫਿਰਦਾ ਹੁੰਦਾ ਸੀ। ਹਰ ਚੀਜ਼ ਮੈਨੂੰ ਬੜੀ ਅਜੀਬ ਜਿਹੀ ਲੱਗਦੀ ਸੀ। ਮੈਂ ਪਿੰਡ ਵਿੱਚ ਰਹਿਣ ਦੀ ਆਦੀ ਨਹੀਂ ਸੀ। ਇੱਥੇ ਤਾਂ ਤੌਰ ਤਰੀਕੇ ਮੈਨੂੰ ਸਮਝ ਹੀ ਨਹੀਂ ਆ ਰਹੇ ਸੀ। ਮੈਂ ਸ਼ੁਰੂ ਤੋਂ ਹੀ ਸ਼ਹਿਰ ਵਿੱਚ ਰਹਿੰਦੀ ਸੀ। ਇੱਕ ਦਿਨ ਮੈਂ ਤੇ ਮੇਰਾ ਜੇਠ ਹੀ ਘਰ ਵਿੱਚ ਇਕੱਲੇ ਸੀ। ਮੇਰਾ ਘਰ ਵਾਲਾ ਕੰਮ ਤੋਂ ਥੋੜੀ ਦੇਰ ਹੀ ਆਉਂਦਾ ਸੀ। ਮੇਰੀ ਜਠਾਣੀ ਆਪ ਮਾਂ ਦੇ ਘਰ ਗਈ ਹੋਈ ਸੀ। ਮੈਂ ਕਿੰਨੇ ਆਰਾਮ ਨਾਲ ਕੰਮ ਕਰ ਰਹੀ ਸੀ। ਮੇਰਾ ਜੇਠ ਮੈਨੂੰ ਨਿਗਾਹ ਟਿਕਾ ਕੇ ਲੱਗ ਪਿਆ ਤੇ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ। ਮੈਂ ਆਪਣੀ ਚੁੰਨੀ ਲਾ ਕੇ ਕੁਰਸੀ ਤੇ ਰੱਖੀ ਹੋਈ ਸੀ ਤੇ ਬੇਧਿਆਨ ਹੋ ਕੇ ਆਪਣਾ ਕੰਮ ਕਰ ਰਹੀ ਸੀ, ਕਿਉਂਕਿ ਮੈਨੂੰ ਲੱਗਿਆ ਕਿ ਹੁਣ ਘਰ ਕੋਈ ਵੀ ਨਹੀਂ ਆ। ਪਰ ਜੇਠ ਆਪਣੇ ਕਮਰੇ ਵਿੱਚ ਹੀ ਸੀ, ਇਸ ਲਈ ਗਰਮੀ ਹੋਣ ਦਾ ਕਰਕੇ ਮੈਂ ਆਪਣੀ ਚੁੰਨੀ ਲਾ ਕੇ ਰੱਖ ਦਿੱਤੀ। ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ। ਅਚਾਨਕ ਹੀ ਮੈਨੂੰ ਆਪਣੇ ਜਿਸਮ ਤੇ ਕਿਸੇ ਦੀਆਂ ਅੱਖਾਂ ਦੀ ਨਜ਼ਰ ਪੈਂਦੀ ਦਿਸੀ ਤਾਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰਾ ਜੇਠ ਬਿਨਾਂ ਕਮੀਜ਼ ਤੇ ਮੈਨੂੰ ਦੇਖ ਰਿਹਾ ਸੀ। ਮੈਂ ਹੈਰਾਨ ਹੋ ਗਈ। ਹੱਥ ਵਿੱਚ ਕੱਚ ਦੀ ਗਲਾਸੀ ਸੀ ਤੇ ਉਹ ਵੀ ਟੁੱਟ ਗਈ। ਕੱਚ ਦੀ ਗਲਾਸੀ ਟੁੱਟਣ ਦੀ ਆਵਾਜ਼ ਸੁਣ ਕੇ ਉਹ ਆਪਣੇ ਹੋਸ਼ ਵਿੱਚ ਆ ਗਿਆ ਸੀ। ਮੇਰਾ ਜੇਠ ਉੱਥੋਂ ਚਲਾ ਗਿਆ। ਮੈਂ ਉਹਨੂੰ ਦੇਖ ਕੇ ਘਬਰਾ ਰਹੀ ਸੀ, ਪਰ ਉਹਦਾ ਅੰਦਾਜ਼ ਮੈਨੂੰ ਡਰ ਦਾ ਅਹਿਸਾਸ ਕਰਾ ਰਿਹਾ ਸੀ। ਮੈਂ ਫਟਾਫਟ ਆਪਣੀ ਚੁੰਨੀ ਲੈ ਲਈ ਤੇ ਆਪਣਾ ਕੰਮ ਕਰਨ ਲੱਗ ਪਈ। ਸਾਰਾ ਦਿਨ ਆਪਣੀ ਰਫ਼ਤਾਰ ਦੇ ਮੁਤਾਬਕ ਲੰਘ ਰਿਹਾ ਸੀ। ਮੈਂ ਜਦੋਂ ਰਾਤ ਨੂੰ ਮੇਰਾ ਘਰ ਵਾਲਾ ਘਰ ਆਇਆ ਤੇ ਜਠਾਣੀ ਵੀ ਆ ਗਈ ਸੀ। ਮੈਂ ਆਪਣੇ ਘਰ ਵਾਲੇ ਨੂੰ ਰੋਟੀ ਫੜਾਉਣ ਤੋਂ ਬਾਅਦ ਕਮਰੇ ਵਿੱਚ ਆ ਗਈ ਸੀ। ਅੱਧੀ ਰਾਤ ਮੈਨੂੰ ਇਦਾਂ ਲੱਗਿਆ ਕਿ ਜਿੱਦਾਂ ਕੋਈ ਮੈਨੂੰ ਦੇਖ ਰਿਹਾ। ਮੈਂ ਅਚਾਨਕ ਉੱਠੀ ਤਾਂ ਮੈਂ ਆਪਣੇ ਘਰ ਵਾਲੇ ਵੱਲ ਦੇਖਿਆ ਤਾਂ ਉਹ ਬਹੁਤ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਸੀ। ਮੈਨੂੰ ਇਹ ਵਹਿਮ ਜਿਹਾ ਲੱਗਾ, ਪਰ ਮੈਂ ਸੌਂ ਗਈ। ਪਰ ਹਜੇ ਤੱਕ ਮੈਨੂੰ ਇਦਾਂ ਹੀ ਲੱਗ ਰਿਹਾ ਸੀ ਕਿ ਜਿੱਦਾਂ ਕੋਈ ਮੈਨੂੰ ਦੇਖ ਰਿਹਾ। ਮੈਂ ਉੱਠ ਕੇ ਬੈਠ ਗਈ। ਚਾਰੇ ਪਾਸੇ ਦੇਖਿਆ ਤਾਂ ਮੇਰੀ ਨਜ਼ਰ ਖਿੜਕੀ ਤੇ ਪੈ ਗਈ ਤੇ ਮੇਰੇ ਹੋਸ਼ ਹੀ ਉੱਡ ਗਏ। ਮੇਰਾ ਜੇਠ ਅੱਧੀ ਖਿੜਕੀ ਖੋਲ ਕੇ ਸਾਡੇ ਕਮਰੇ ਵਿੱਚ ਦੇਖ ਰਿਹਾ ਸੀ। ਉਹਦੀਆਂ ਨਜ਼ਰਾਂ ਮੇਰੇ ਤੇ ਹੀ ਸੀ। ਮੈਂ ਬਹੁਤ ਡਰ ਗਈ ਸੀ। ਜਿੱਦਾਂ ਹੀ ਮੇਰੀਆਂ ਨਜ਼ਰਾਂ ਉਹਦੇ ਨਾਲ ਮਿਲੀਆਂ, ਸਭ ਕੁਝ ਦੇਖ ਕੇ ਮੈਂ ਹੈਰਾਨ ਹੋ ਗਈ। ਵਿਆਹ ਨੂੰ 2 ਮਹੀਨੇ ਹੋ ਗਏ ਸੀ। ਉਹਨੇ ਇਦਾਂ ਦੀ ਕੋਈ ਹਰਕਤ ਨਹੀਂ ਕੀਤੀ ਸੀ, ਪਰ ਉਹਦੀਆਂ 1-2 ਵਾਰ ਹਰਕਤਾਂ ਨੇ ਮੈਨੂੰ ਡਰਾ ਦਿੱਤਾ ਸੀ। ਮੈਂ ਇਹਦੇ ਬਾਰੇ ਘਰ ਵਾਲੇ ਨੂੰ ਦੱਸਣਾ ਚਾਹੁੰਦੀ ਸੀ ਕਿ ਤੁਹਾਡਾ ਭਰਾ ਮੈਨੂੰ ਚੰਗੀਆਂ ਨਜ਼ਰਾਂ ਨਾਲ ਨਹੀਂ ਦੇਖ ਰਿਹਾ, ਪਰ ਇਹ ਸਿਰਫ ਅੱਜ ਹੀ ਹੋਇਆ ਸੀ। ਇਸੇ ਕਰਕੇ ਮੈਂ ਆਪਣੇ ਘਰ ਵਾਲੇ ਨੂੰ ਦੱਸਣਾ ਚੰਗਾ ਨਹੀਂ ਸਮਝਿਆ। ਮੇਰੇ ਦਿਮਾਗ ਵਿੱਚ ਇਹੀ ਗੱਲ ਸੀ ਕਿ ਕਿਤੇ ਕੁਝ ਬੁਰਾ ਨਾ ਹੋ ਜਾਵੇ, ਕਿਉਂਕਿ ਉਹ ਉਹਦਾ ਭਰਾ ਸੀ। ਵੱਡਾ ਭਰਾ ਤਾਂ ਵੈਸੇ ਵੀ ਪਿਓ ਦੀ ਥਾਂ ਤੇ ਹੁੰਦਾ ਤੇ ਪਹਿਲਾਂ ਹੀ ਮੇਰੀ ਮਾਂ ਨੇ ਮੈਨੂੰ ਸਮਝਾ ਦਿੱਤਾ ਸੀ ਕਿ ਕਿਸੇ ਨਾਲ ਬਹਿਸ ਨਹੀਂ ਕਰਨੀ, ਕਿਸੇ ਨੂੰ ਕੁਝ ਵੀ ਨਹੀਂ ਕਹਿਣਾ। ਪਹਿਲਾਂ ਹੀ ਇਹ ਸਭ ਕੁਝ ਕਿਹਾ ਕਿ ਸ਼ਹਿਰ ਦੀ ਕੁੜੀ ਆ। ਮੇਰੇ ਦਿਲ ਵਿੱਚ ਇਹੀ ਗੱਲ ਬੈਠ ਗਈ ਸੀ ਕਿ ਮੈਂ ਕਿਸੇ ਨੂੰ ਕੁਝ ਵੀ ਨਹੀਂ ਕਹਿਣਾ। ਸ਼ਹਿਰ ਤੋਂ ਆਈ ਸੀ, ਪੜ੍ਹੀ ਲਿਖੀ ਕੁੜੀ ਆ ਤੇ ਸ਼ਹਿਰ ਦਾ ਕਰਕੇ ਸਾਡੇ ਤੇ ਇਹ ਰੋਹਬ ਝਾੜ ਰਹੀ ਆ। ਮੈਂ ਇਹ ਸਾਰੀਆਂ ਗੱਲਾਂ ਸੋਚ ਕੇ ਦਰਵਾਜ਼ਾ ਤੇ ਖਿੜਕੀ ਬੰਦ ਚੰਗੀ ਤਰ੍ਹਾਂ ਕਰ ਦਿੱਤੀ ਤੇ ਫਿਰ ਸੌਂ ਗਈ। ਅਗਲੀ ਸਵੇਰ ਜਦੋਂ ਮੇਰੀ ਅੱਖ ਖੁੱਲੀ ਤਾਂ ਸਾਰੇ ਉੱਠੇ ਹੋਏ ਸੀ। ਮੇਰੀ ਜਠਾਣੀ ਦੀ ਇੱਕ ਕੁੜੀ ਸੀ, ਹਜੇ 7 ਕੁ ਸਾਲ ਦੀ ਸੀ ਤੇ ਮੇਰੀ ਜਠਾਣੀ ਉਹਨੂੰ ਜਲਦੀ ਸਕੂਲ ਭੇਜਣ ਵਾਲੀ ਸੀ। ਮੈਂ ਰਸੋਈ ਵਿੱਚ ਆ ਕੇ ਆਪਣੇ ਘਰ ਵਾਲੇ ਲਈ ਰੋਟੀ ਬਣਾਉਣ ਲੱਗ ਗਈ। ਮੇਰੀ ਜਠਾਣੀ ਦਾ ਸੁਭਾਅ ਬਹੁਤ ਹੀ ਚੰਗਾ ਸੀ।
ਉਹ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੀ। ਮੇਰੇ ਦਿਲ ਵਿੱਚ ਇੱਕਦਮ ਖਿਆਲ, ਕਿਉਂ ਨਾ ਮੈਂ ਆਪਣੀ ਜੇਠਾਣੀ ਨੂੰ ਸਾਰੀ ਗੱਲ ਦੱਸ ਦੇਵਾਂ। ਫਿਰ ਮੈਂ ਸੋਚਿਆ ਕਿ ਉਹ ਮੇਰੇ ਜੇਠ ਨੂੰ ਬਹੁਤ ਪਿਆਰ ਕਰਦੀ ਆ, ਜੇ ਉਹ ਮੇਰੀ ਗੱਲ ਉਹਨੂੰ ਬੁਰੀ ਲੱਗ ਗਈ ਤਾਂ ਸਾਡੇ ਦੋਵਾਂ ਦਾ ਰਿਸ਼ਤਾ ਖਰਾਬ ਹੋ ਜਾਊਗਾ ਤੇ ਘਰ ਦਾ ਮਾਹੌਲ ਵੀ ਮੈਂ ਖਰਾਬ ਨਹੀਂ ਕਰਨਾ ਚਾਹੁੰਦੀ ਸੀ। ਇਸੇ ਕਰਕੇ ਮੈਂ ਚੁੱਪ ਰਹੀ। ਫਿਲਹਾਲ ਮੈਂ ਇਹੀ ਸਮਝਿਆ ਤੇ ਕੰਮ ਕਰਨ ਲੱਗ ਪਈ। ਕੁਝ ਦੇਰ ਬਾਅਦ ਮੇਰਾ ਘਰ ਵਾਲਾ ਤੇ ਜੇਠ ਵੀ ਆ ਗਏ। ਅਸੀਂ ਉਹਨਾਂ ਨੂੰ ਰੋਟੀ ਖਵਾ ਕੇ ਉਹਨਾਂ ਦੇ ਕੋਲ ਹੀ ਬੈਠ ਗਏ ਤੇ ਮੈਂ ਇਸ ਤਰੀਕੇ ਨਾਲ ਬੈਠੀ ਹੋਈ ਸੀ ਕਿ ਮੇਰਾ ਘਰ ਵਾਲਾ ਤੇ ਮੇਰਾ ਜੇਠ ਸਾਹਮਣੇ ਟੇਬਲ ਤੇ ਹੀ ਬੈਠੇ ਹੋਏ ਸੀ ਤੇ ਮੈਂ ਉਹਨਾਂ ਦੇ ਕੋਲ ਬੈਠੀ ਹੋਈ ਸੀ। ਮੇਰੀ ਜਠਾਣੀ ਵੀ ਮੇਰੇ ਸਾਹਮਣੇ ਬੈਠੀ ਹੋਈ ਸੀ। ਅਚਾਨਕ ਹੀ ਗੱਲ ਕਰਦੇ ਕਰਦੇ ਮੇਰੇ ਜੇਠ ਨੇ ਮੇਰੇ ਮੋਢੇ ਤੇ ਹੱਥ ਰੱਖ ਦਿੱਤਾ ਤੇ ਉਹਦੇ ਹੱਥ ਰੱਖਣਾ ਮੈਨੂੰ ਬੜਾ ਅਜੀਬ ਜਿਹਾ ਲੱਗਾ। ਮੈਂ ਫਟਾਫਟ ਉਹਦੇ ਤੋਂ ਦੂਰ ਹੋ ਕੇ ਮੈਂ ਆਪਣੇ ਘਰ ਵਾਲੇ ਦੇ ਕੋਲ ਹੋ ਕੇ ਬੈਠ ਗਈ। ਮੇਰਾ ਜੇਠ ਬਿਲਕੁਲ ਏਦਾਂ ਹੋ ਗਿਆ ਕਿ ਜਿੱਦਾਂ ਕੋਈ ਗੱਲ ਪਤਾ ਹੀ ਨਾ ਹੋਵੇ। ਮੇਰੇ ਘਰ ਵਾਲੇ ਨੇ ਵੀ ਮੈਨੂੰ ਅੱਖਾਂ ਦਿਖਾ ਕੇ ਨਾਰਮਲ ਰਹਿਣ ਦਾ ਇਸ਼ਾਰਾ ਕੀਤਾ, ਜਦ ਕਿ ਮੇਰੀ ਜੇਠਾਣੀ ਮੈਨੂੰ ਦੇਖ ਰਹੀ ਸੀ ਕਿ ਇਹ ਸਭ ਕੁਝ ਉਹਨੇ ਵੀ ਦੇਖ ਲਿਆ ਸੀ ਤੇ ਉਹ ਵੀ ਇੱਕਦਮ ਚੁੱਪ ਹੋ ਗਈ। ਥੋੜੀ ਦੇਰ ਦੀ ਚੁੱਪ ਤੋਂ ਬਾਅਦ ਉਹ ਦੋਨੇ ਚਲੇ ਗਏ ਤੇ ਮੈਨੂੰ ਆਪਣਾ ਆਪ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ, ਕਿਉਂਕਿ ਇੱਕ ਔਰਤ ਗੈਰ ਮਰਦ ਦੀਆਂ ਨਜ਼ਰਾਂ ਨੂੰ ਆਪਣੀ ਤਰਫ ਉੱਠਦੇ ਹੋਏ ਮਹਿਸੂਸ ਕਰ ਲੈਂਦੀ ਆ ਕਿ ਉਹ ਕਿਸ ਤਰੀਕੇ ਨਾਲ ਨਜ਼ਰਾਂ ਨਾਲ ਦੇਖ ਰਿਹਾ ਵਾ। ਮੈਂ ਵੀ ਮਹਿਸੂਸ ਕਰ ਚੁੱਕੀ ਸੀ। ਮੇਰਾ ਜੇਠ ਮੈਨੂੰ ਗੰਦੀ ਨਜ਼ਰ ਨਾਲ ਦੇਖਦਾ ਸੀ। ਸਮਾਂ ਲੰਘਦਾ ਗਿਆ ਤੇ ਮੇਰੇ ਜੇਠ ਦੀ ਬਦਤਮੀਜ਼ੀ ਵੱਧਦੀ ਗਈ। ਸਭ ਕੁਝ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਸੀ। ਬਸ ਆਪਣੇ ਘਰ ਵਾਲੇ ਤੇ ਜੇਠਾਣੀ ਨੂੰ ਇਸ ਲਈ ਨਹੀਂ ਦੱਸ ਰਹੀ ਸੀ ਕਿ ਜੇ ਉਹਨਾਂ ਦੋਨਾਂ ਨੂੰ ਕੁਝ ਪਤਾ ਲੱਗ ਗਿਆ ਤਾਂ ਉਹ ਮੈਨੂੰ ਹੀ ਗਲਤ ਸਮਝਣਗੇ ਤੇ ਮੇਰੇ ਤੇ ਇਹ ਇਲਜ਼ਾਮ ਲਾ ਦੇਣਗੇ। ਵੈਸੇ ਵੀ ਪਿੰਡ ਦੇ ਲੋਕ ਉਲਟਾ ਹੀ ਮਤਲਬ ਕੱਢਦੇ ਸੀ। ਮੈਂ ਘਰ ਦਾ ਮਾਹੌਲ ਕਿਸੇ ਵੀ ਤਰ੍ਹਾਂ ਖਰਾਬ ਨਹੀਂ ਕਰਨਾ ਚਾਹੁੰਦੀ ਸੀ, ਇਸੇ ਕਰਕੇ ਮੈਂ ਚੁੱਪ ਰਹੀ ਸੀ। ਮੇਰਾ ਘਰ ਵਾਲਾ ਪਿੰਡ ਤੋਂ ਥੋੜੀ ਦੂਰ ਹੀ ਕੰਮ ਕਰਦਾ ਸੀ ਤੇ ਇੱਕ ਰਾਤ ਅਚਾਨਕ ਉਹਦਾ ਫੋਨ ਆ ਗਿਆ ਤੇ ਕਹਿਣ ਲੱਗਾ ਕਿ ਮੈਂ ਫੈਕਟਰੀ ਵਿੱਚ ਹੀ ਰਾਤ ਰਹਿ ਲਊਂਗਾ ਕਿਉਂਕਿ ਅੱਜ ਇੱਥੇ ਬਹੁਤ ਜ਼ਿਆਦਾ ਕੰਮ ਆ, ਮੇਰੇ ਤੋਂ ਘਰ ਨਹੀਂ ਆ ਹੋਣਾ। ਇਹ ਗੱਲ ਸੁਣ ਕੇ ਮੈਂ ਡਰ ਜਿਹੀ ਗਈ ਤੇ ਫਟਾਫਟ ਮੈਂ ਕਿਹਾ ਕਿ ਪਲੀਜ਼ ਤੁਸੀਂ ਘਰ ਆ ਜਾਇਓ। ਪਤਾ ਨਹੀਂ ਕਿਉਂ ਮੈਨੂੰ ਡਰ ਜਿਹਾ ਲੱਗਦਾ। ਮੈਂ ਆਪਣੇ ਆਪ ਨੂੰ ਸਹੀ ਨੇ ਮਹਿਸੂਸ ਕਰ ਰਹੀ ਸੀ, ਜਦ ਕਿ ਮੇਰੀ ਜਠਾਣੀ ਘਰ ਵਿੱਚ ਹੀ ਸੀ। ਮੇਰੀ ਗੱਲ ਸੁਣ ਕੇ ਮੇਰੇ ਘਰ ਵਾਲੇ ਨੇ ਮੈਨੂੰ ਸਮਝਾਉਣ ਲੱਗ ਪਿਆ ਕਿ ਕੋਈ ਗੱਲ ਨਹੀਂ, ਘਰ ਸਾਰੇ ਹੀ ਆ, ਤੈਨੂੰ ਡਰਨ ਦੀ ਕੋਈ ਲੋੜ ਨਹੀਂ, ਤੂੰ ਰੋਟੀ ਖਾ ਕੇ ਸੌਂ ਜਾਈਂ, ਪਰ ਮੇਰੇ ਤੋਂ ਨਹੀਂ ਆ ਹੋਣਾ। ਮੇਰੇ ਘਰ ਵਾਲੇ ਨੇ ਮੈਨੂੰ ਸਾਫ਼ ਹੀ ਕਹਿ ਦਿੱਤਾ ਸੀ ਕਿ ਅੱਜ ਕਿਸੇ ਵੀ ਤਰ੍ਹਾਂ ਉਹ ਘਰ ਨਹੀਂ ਆ ਸਕਦਾ। ਇਹ ਸੁਣ ਕੇ ਮੈਂ ਬਿਲਕੁਲ ਚੁੱਪ ਹੋ ਗਈ। ਰੋਟੀ ਖਾਣ ਤੋਂ ਬਾਅਦ ਮੈਂ ਆਪਣੀ ਜਠਾਣੀ ਨੂੰ ਦੱਸ ਦਿੱਤਾ ਕਿ ਅੱਜ ਅਮਿਤ ਜੀ ਘਰ ਨਹੀਂ ਆਉਣਗੇ। ਇਹ ਗੱਲ ਸੁਣ ਕੇ ਮੇਰਾ ਜੇਠ ਖੁਸ਼ ਹੋ ਗਿਆ। ਜੋ ਉਹਦੀਆਂ ਅੱਖਾਂ ਵਿੱਚ ਚਮਕ ਸੀ ਮੈਨੂੰ ਦਿਸ ਰਹੀ ਸੀ, ਪਰ ਮੈਂ ਕੁਝ ਵੀ ਨਹੀਂ ਬੋਲੀ। ਚੁੱਪ ਕਰਕੇ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਚਲੀ ਗਈ। ਵਿਆਹ ਤੋਂ ਬਾਅਦ ਮੇਰੀ ਪਹਿਲੀ ਰਾਤ ਸੀ ਕਿ ਮੈਂ ਆਪਣੇ ਘਰ ਵਾਲੇ ਤੋਂ ਬਿਨਾਂ ਰਹਿ ਰਹੀ ਸੀ। ਅੱਜ ਹੀ ਮੈਨੂੰ ਆਪਣਾ ਆਪ ਬਿਲਕੁਲ ਇਕੱਲਾ ਮਹਿਸੂਸ ਹੋ ਰਿਹਾ ਸੀ। ਮੈਂ ਦਰਵਾਜ਼ਾ ਵੀ ਚੰਗੀ ਤਰ੍ਹਾਂ ਬੰਦ ਕਰ ਲਿਆ ਸੀ। ਪਹਿਲਾਂ ਦੀ ਤਰ੍ਹਾਂ ਜਦੋਂ ਮੇਰੇ ਜੇਠ ਦੀਆਂ ਨਜ਼ਰਾਂ ਮੇਰੇ ਤੇ ਪੈਂਦੀਆਂ ਸੀ ਤਾਂ ਉਦੋਂ ਤੋਂ ਹੀ ਮੈਂ ਆਪਣੇ ਆਪ ਨੂੰ ਸਹੀ ਰੱਖਣ ਦੀ ਕੋਸ਼ਿਸ਼ ਕਰਨ ਲੱਗ ਪਈ ਸੀ। ਇਹ ਸੋਚਦੇ ਸੋਚਦੇ ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ। ਅੱਧੀ ਰਾਤ ਨੂੰ ਮਹਿਸੂਸ ਹੋਇਆ ਕਿ ਜਿੱਦਾਂ ਕੋਈ ਮੇਰੇ ਬੈੱਡ ਤੇ ਬੈਠਾ ਹੋਵੇ। ਮੈਂ ਸਮਝਿਆ ਕਿ ਸ਼ਾਇਦ ਮੇਰਾ ਘਰ ਵਾਲਾ ਆ ਗਿਆ। ਮੈਂ ਫਟਾਫਟ ਉਹਦੀਆਂ ਬਾਹਾਂ ਵਿੱਚ ਜਾ ਕੇ ਸੌਂ ਗਈ, ਪਰ ਮੈਨੂੰ ਉਹਦਾ ਸਰੀਰ ਬੜਾ ਅਜੀਬ ਜਿਹਾ ਮਹਿਸੂਸ ਹੋਇਆ। ਮੈਨੂੰ ਕਿਸੇ ਅਣਹੋਣੀ ਦਾ ਅੰਦਾਜ਼ਾ ਹੋਇਆ, ਇਸ ਲਈ ਮੈਂ ਫਟਾਫਟ ਆਪਣੀਆਂ ਅੱਖਾਂ ਖੋਲੀਆਂ ਤਾਂ ਲਾਗੇ ਲੰਮੇ ਪਏ ਬੰਦੇ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ। ਮੈਂ ਫਟਾਫਟ ਇੱਕ ਝਟਕੇ ਨਾਲ ਹੀ ਉਹਦੇ ਤੋਂ ਦੂਰ ਹੋਈ, ਕਿਉਂਕਿ ਉਹ ਇਨਸਾਨ ਮੇਰਾ ਘਰ ਵਾਲਾ ਨਹੀਂ, ਮੇਰਾ ਜੇਠ ਸੀ। ਉਹਦੇ ਹੱਥ ਵਿੱਚ ਨਾਈਟੀ ਸੀ। ਉਹਨੂੰ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਡਰ ਲੱਗਣ ਲੱਗ ਪਿਆ। ਉਹ ਅਚਾਨਕ ਹੀ ਮੇਰੇ ਕੋਲ ਆ ਗਿਆ ਤੇ ਕਹਿਣ ਲੱਗਾ, ਤੂੰ ਮੇਰੇ ਤੋਂ ਦੂਰ ਕਿਉਂ ਹੋ ਰਹੀ ਆਂ? ਮੈਂ ਤੇਰੇ ਘਰ ਵਾਲੇ ਵਰਗਾ ਹੀ ਹਾਂ, ਤੂੰ ਮੇਰੇ ਕੋਲ ਆ। ਉਹਦੀਆਂ ਗੱਲਾਂ ਮੈਨੂੰ ਬਹੁਤ ਡਰਾ ਰਹੀਆਂ ਸੀ। ਉਹਦਾ ਅੰਦਾਜ਼ ਬੜਾ ਹੀ ਅਜੀਬ ਜਿਹਾ ਸੀ। ਮੈਂ ਕੰਬਣ ਲੱਗ ਪਈ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਪਰ ਏਦਾਂ ਲੱਗ ਰਿਹਾ ਸੀ ਕਿ ਜਿੱਦਾਂ ਮੇਰੀ ਆਵਾਜ਼ ਹੀ ਨਹੀਂ ਨਿਕਲ ਰਹੀ ਸੀ। ਮੈਂ ਬਿਲਕੁਲ ਚੁੱਪ ਹੋ ਗਈ ਤੇ ਆਪਣੇ ਜੇਠ ਨੂੰ ਦੇਖ ਰਹੀ ਸੀ ਤੇ ਮੇਰਾ ਜੇਠ ਮੇਰੇ ਨਾਲ ਗਲਤ ਮਲਤ ਗੱਲਾਂ ਕਰਨ ਲੱਗ ਪਿਆ ਤੇ ਕਹਿਣ ਲੱਗਾ ਕਿ ਤੂੰ ਅੱਜ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ। ਅੱਜ ਤਾਂ ਅਮਿਤ ਵੀ ਘਰ ਨਹੀਂ ਆ ਤੇ ਅਸੀਂ ਦੋਨੇ ਅੱਜ ਦੀ ਰਾਤ ਦਾ ਫਾਇਦਾ ਉਠਾ ਲੈਂਦੇ ਆ। ਮੈਂ ਤੇਰੀ ਭਾਬੀ ਨੂੰ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ ਤੇ ਉਹ ਸੌਂ ਗਈ ਆ। ਅਸੀਂ ਦੋਨੇ ਆਰਾਮ ਨਾਲ ਆਪਣੀ ਰਾਤ ਨੂੰ ਬਿਤਾ ਸਕਦੇ ਹਾਂ। ਮੈਨੂੰ ਜੋ ਭਾਬੀ ਦਾ ਆਸਰਾ ਸੀ, ਜਦੋਂ ਪਤਾ ਲੱਗਿਆ ਕਿ ਉਹਨੂੰ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ ਤੇ ਸੁਣ ਕੇ ਮੈਂ ਡਰ ਗਈ।
ਉਹ ਕਹਿਣ ਲੱਗਾ ਕਿ ਮੈਂ ਤੇਰੇ ਲਈ ਸ਼ਹਿਰ ਤੋਂ ਇੱਕ ਨਾਈਟੀ ਇਹ ਲੈ ਕੇ ਆਇਆ, ਜਾਂ ਇਹਨੂੰ ਪਾ ਕੇ ਮੈਨੂੰ ਦਿਖਾ, ਤੂੰ ਕਿੱਦਾਂ ਦੀ ਲੱਗ ਰਹੀ ਹੈ। ਤੈਨੂੰ ਸ਼ਰਮਾਉਣ ਦੀ ਕੋਈ ਵੀ ਲੋੜ ਨਹੀਂ। ਸ਼ਹਿਰ ਦੀਆਂ ਕੁੜੀਆਂ ਤਾਂ ਬਿਲਕੁਲ ਵੀ ਨਹੀਂ ਸ਼ਰਮਾਉਂਦੀਆਂ, ਉਹ ਖੁਸ਼ ਹੋ ਕੇ ਕੱਪੜੇ ਪਾਉਂਦੀਆਂ। ਤੇਰਾ ਜਿਸਮ ਬਹੁਤ ਖੂਬਸੂਰਤ ਹੈ, ਇਸ ਲਈ ਮੈਂ ਕਾਲੇ ਰੰਗ ਦੀ ਨਾਈਟੀ ਲੈ ਕੇ ਆਇਆ, ਕਿਉਂਕਿ ਤੇਰੇ ਗੋਰੇ ਸਰੀਰ ਤੇ ਕਾਲਾ ਰੰਗ ਬਹੁਤ ਸੋਹਣਾ ਲੱਗੂਗਾ। ਇਹ ਗੱਲ ਸੁਣ ਕੇ ਮੇਰੇ ਹੱਥ ਪੈਰ ਕੰਬਣ ਲੱਗ ਪਏ। ਉਹਦੀਆਂ ਗੰਦੀਆਂ ਨਜ਼ਰਾਂ ਮੇਰੇ ਜਿਸਮ ਤੇ ਆ ਰਹੀਆਂ ਸੀ। ਮੈਂ ਹਿੰਮਤ ਕਰਕੇ ਉਹਦੇ ਕੋਲੋਂ ਆਪਣਾ ਹੱਥ ਛੁਡਾ ਲਿਆ ਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੈਂ ਚੀਕਦੀ ਤਾਂ ਕੋਈ ਫਰਕ ਨਹੀਂ ਪੈਂਦਾ ਸੀ, ਕਿਉਂਕਿ ਭਾਬੀ ਤਾਂ ਨੀਂਦ ਦੀਆਂ ਗੋਲੀਆਂ ਨਾਲ ਗੂੜੀ ਨੀਂਦ ਵਿੱਚ ਸੁੱਤੀ ਹੋਈ ਸੀ, ਉਹਨੂੰ ਤਾਂ ਕੋਈ ਹੋਸ਼ ਨਹੀਂ ਸੀ। ਇਹੀ ਸੋਚ ਕੇ ਮੈਂ ਹੈਰਾਨ ਹੋ ਗਈ। ਮੈਂ ਉੱਥੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਅਚਾਨਕ ਹੀ ਮੈਨੂੰ ਮੇਰੇ ਜੇਠ ਨੇ ਫੜ ਲਿਆ ਤੇ ਮੈਨੂੰ ਬੈੱਡ ਤੇ ਧੱਕਾ ਮਾਰ ਦਿੱਤਾ ਤੇ ਉਹਨੇ ਆਪਣੀ ਕਮੀਜ਼ ਮੇਰਾ ਵਿਆਹ ਮੇਰੇ ਮਾਂ-ਪਿਓ ਦੀ ਪਸੰਦ ਦੇ ਮੁਤਾਬਕ ਹੋਇਆ ਸੀ। ਮੈਂ ਇਸ ਵਿਆਹ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ, ਕਿਉਂਕਿ ਮੈਂ ਪਿੰਡ ਵਿੱਚ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਮੈਂ ਆਪਣੇ ਮਾਂ-ਪਿਓ ਨੂੰ ਬੜੇ ਚੰਗੇ ਤਰੀਕੇ ਨਾਲ ਸਮਝਾਇਆ ਸੀ ਕਿ ਮੈਂ ਸ਼ਹਿਰ ਵਿੱਚ ਹੀ ਰਹਿ ਰਹੀ ਹਾਂ ਤੇ ਸ਼ਹਿਰ ਦੇ ਮੁੰਡੇ ਨਾਲ ਹੀ ਵਿਆਹ ਕਰਵਾਉਂਗੀ, ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਤੇ ਮੇਰੇ ਘਰ ਵਾਲੇ ਨਾਲ ਮੇਰਾ ਬੜੀ ਧੂਮ-ਧਾਮ ਨਾਲ ਵਿਆਹ ਕਰ ਦਿੱਤਾ। ਪਹਿਲਾਂ ਤਾਂ ਮੈਂ ਬਹੁਤ ਰੌਲਾ ਪਾਇਆ, ਪਰ ਜਦੋਂ ਮੈਂ ਆਪਣੇ ਮਾਂ-ਪਿਓ ਦੀ ਖੁਸ਼ੀ ਇਸੇ ਰਿਸ਼ਤੇ ਵਿੱਚ ਦੇਖੀ ਤਾਂ ਚੰਗੀਆਂ ਕੁੜੀਆਂ ਦੀ ਤਰ੍ਹਾਂ ਸਿਰ ਝੁਕਾ ਲਿਆ ਤੇ ਵਿਆਹ ਹੋ ਜਾਣ ਤੋਂ ਪਹਿਲਾਂ ਮੈਂ ਆਪਣੀ ਜਠਾਣੀ ਨੂੰ ਮਿਲੀ ਸੀ। ਉਹ ਬਹੁਤ ਚੰਗੀ ਔਰਤ ਸੀ, ਉਹਦਾ ਵੀ ਵਿਵਹਾਰ ਬਹੁਤ ਚੰਗਾ ਸੀ। ਅਗਲੇ ਦਿਨ ਮੈਂ ਉਹ ਸਾਰੀਆਂ ਚੀਜ਼ਾਂ ਦੇਖੀਆਂ। ਉੱਥੋਂ ਦਾ ਮਾਹੌਲ ਬੜਾ ਹੀ ਅਜੀਬ ਜਿਹਾ ਸੀ, ਪਰ ਤੌਰ ਤਰੀਕੇ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ, ਕਿਉਂਕਿ ਉਹ ਛੋਟੀਆਂ-ਛੋਟੀਆਂ ਗੱਲਾਂ ਤੇ ਹਰ ਗੰਦਾ ਮਤਲਬ ਕੱਢਦੇ ਸੀ ਤੇ ਔਰਤਾਂ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਸ਼ੱਕ ਕਰਦੇ ਸੀ। ਮੇਰੀ ਜਠਾਣੀ ਆਪਣੀ ਘਰਵਾਲੀ ਤੋਂ ਬਹੁਤ ਡਰਦੀ ਸੀ, ਪਰ ਮੈਂ ਇਹ ਚੀਜ਼ ਬੜੀ ਨੋਟ ਕੀਤੀ ਸੀ ਕਿ ਉਹ ਆਪਣੇ ਘਰਵਾਲੇ ਨਾਲ ਬਹੁਤ ਪਿਆਰ ਕਰਦੀ ਸੀ। ਇਹ ਸਾਰੀਆਂ ਚੀਜ਼ਾਂ ਮੈਨੂੰ ਬਹੁਤ ਅਜੀਬ ਲੱਗਦੀਆਂ ਸੀ, ਪਰ ਕਦੀ-ਕਦੀ ਮੈਨੂੰ ਡਰ ਜਿਹਾ ਲੱਗਣ ਲੱਗ ਜਾਂਦਾ ਸੀ। ਵਿਆਹ ਨੂੰ 2 ਦਿਨ ਹੋ ਗਏ ਸੀ, ਪਰ ਹਜੇ ਤੱਕ ਮੈਂ ਆਪਣੇ ਜੇਠ ਨੂੰ ਨਹੀਂ ਦੇਖਿਆ ਸੀ। ਅਚਾਨਕ ਹੀ ਉਹਨੂੰ ਦੇਖਿਆ ਤਾਂ ਮੈਂ ਡਰਨ ਲੱਗ ਪਈ। ਉਹ ਦੇਖਣ ਨੂੰ ਬੜਾ ਹੀ ਸਿਹਤਮੰਦ ਲੱਗ ਰਿਹਾ ਸੀ, ਜਦ ਕਿ ਮੇਰਾ ਘਰ ਵਾਲਾ ਤਾਂ ਇੰਨਾ ਜ਼ਿਆਦਾ ਮੋਟਾ ਤੇ ਜਵਾਨ ਨਹੀਂ ਸੀ। ਮੈਂ ਤਾਂ ਰੱਬ ਦਾ ਸ਼ੁਕਰ ਕਰਦੀ ਸੀ ਕਿ ਮੇਰੇ ਘਰ ਵਾਲਾ ਮੇਰੇ ਲਈ ਬਿਲਕੁਲ ਸਹੀ ਆ। ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਮੇਰਾ ਜੇਠ ਮੈਨੂੰ ਦੇਖ ਕੇ ਹੈਰਾਨ ਰਹਿ ਗਿਆ ਸੀ। ਇੱਕ ਦਿਨ ਲੰਘਦੇ ਜਾ ਰਹੇ ਸੀ, ਮੈਂ ਆਪਣੇ ਜੇਠ ਤੋਂ ਸੰਗਦੀ ਸੀ। ਉਹ ਬਿਨਾਂ ਸ਼ਰਮ ਦੇ ਹੀ ਕਦੀ ਕਮੀਜ਼ ਲਾ ਕੇ ਤੇ ਕਦੇ ਇਕੱਲੇ ਪਜਾਮੇ ਵਿੱਚ ਹੀ ਤੁਰਿਆ ਫਿਰਦਾ ਹੁੰਦਾ ਸੀ। ਇਹ ਸਾਰੀਆਂ ਚੀਜ਼ਾਂ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਘਰ ਵਿੱਚ ਆਪਣੇ ਵੱਡੇ ਜੇਠ ਨੂੰ ਏਦਾਂ ਦੇਖ ਕੇ ਮੈਨੂੰ ਬੜਾ ਗੁੱਸਾ ਚੜ੍ਹ ਜਾਂਦਾ ਸੀ। ਇਸੇ ਲਈ ਮੈਨੂੰ ਆਪਣੇ ਜੇਠ ਦਾ ਅੱਧੇ ਕੱਪੜਿਆਂ ਵਿੱਚ ਆਉਣਾ ਚੰਗਾ ਨਹੀਂ ਲੱਗਦਾ ਸੀ। ਮੈਂ ਆਪਣੇ ਆਪ ਨੂੰ ਲੁਕੋ ਕੇ ਰੱਖਣ ਦੀ ਆਦੀ ਸੀ, ਪਰ ਇੱਕ ਦਿਨ ਮੇਰੀ ਬਦਕਿਸਮਤੀ ਹੋਈ ਕਿ ਮੇਰੇ ਜੇਠ ਨੇ ਮੇਰਾ ਜਿਸਮ ਨੂੰ ਦੇਖ ਲਿਆ। ਮੈਂ ਬਿਨਾਂ ਕਿਸੇ ਦੀ ਪਰਵਾਹ ਕੀਤੇ ਬਿਨਾਂ ਚੁੰਨੀ ਤੋਂ ਕੰਮ ਕਰ ਰਹੀ ਸੀ। ਉਸ ਵਕਤ ਉਹਨੇ ਮੈਨੂੰ ਦੇਖ ਲਿਆ ਤੇ ਮੈਂ ਤਾਂ ਸਿਰਫ ਆਪਣੇ ਘਰ ਵਾਲੇ ਲਈ ਸੀ। ਉਸ ਤੋਂ ਬਾਅਦ ਮੇਰੇ ਜੇਠ ਦੀ ਨੀਅਤ ਮੇਰੇ ਲਈ ਖਰਾਬ ਹੋ ਗਈ। ਮੇਰੇ ਲਈ ਸਭ ਤੋਂ ਵੱਡੀ ਬਦਕਿਸਮਤੀ ਸੀ। ਉਸ ਦਿਨ ਤੋਂ ਹੀ ਮੇਰੇ ਜੇਠ ਦੇ ਤੌਰ ਤਰੀਕੇ ਮੇਰੇ ਲਈ ਬਦਲਣ ਲੱਗ ਪਏ। ਅਚਾਨਕ ਮੈਨੂੰ ਵੀ ਬਹਾਨੇ ਨਾਲ ਹੱਥ ਲਾਉਣ ਦੀ ਕੋਸ਼ਿਸ਼ ਕਰਦਾ, ਗੰਦੀਆਂ ਨਜ਼ਰਾਂ ਮੇਰੇ ਜਿਸਮ ਨੂੰ ਦੇਖਦਾ। ਮੈਨੂੰ ਮਹਿਸੂਸ ਹੁੰਦਾ ਸੀ ਕਿ ਪਹਿਲਾਂ ਜੋ ਮੈਂ ਚੁੰਨੀ ਨਾਲ ਆਪਣੇ ਆਪ ਨੂੰ ਲੁਕੋ ਕੇ ਰੱਖਦੀ ਸੀ, ਹੁਣ ਮੈਂ ਹੋਰ ਵੀ ਜ਼ਿਆਦਾ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੀ ਸੀ ਕਿ ਮੈਂ ਆਪਣਾ ਜਿਸਮ ਦਾ ਇੱਕ ਵੀ ਹਿੱਸਾ ਕਿਸੇ ਨੂੰ ਦਿਖਾਉਣਾ ਨਹੀਂ ਚਾਹੁੰਦੀ ਸੀ, ਕਿਉਂਕਿ ਉਹ ਇਨਸਾਨ ਮੇਰੀ ਚੁੰਨੀ ਚਾਰੇ ਪਾਸੇ ਹੋਣ ਦੇ ਬਾਵਜੂਦ ਵੀ ਮੈਨੂੰ ਏਦਾਂ ਘੂਰਦਾ ਸੀ ਕਿ ਜਿੱਦਾਂ ਐਕਸਰੇ ਕਰ ਰਿਹਾ ਹੋਵੇ। ਇੱਕ ਦਿਨ ਮੇਰਾ ਘਰ ਵਾਲਾ ਕੰਮ ਤੋਂ ਵਾਪਸ ਨਹੀਂ ਆਇਆ ਤੇ ਉਹਦੀ ਗੈਰ ਮੌਜੂਦਗੀ ਦਾ ਫਾਇਦਾ ਚੁੱਕ ਕੇ ਉਹ ਮੇਰੇ ਕਮਰੇ ਵਿੱਚ ਆ ਗਿਆ। ਮੈਨੂੰ ਇੱਕ ਨਾਈਟੀ ਦਿੰਦੇ ਹੋਏ ਗੰਦੀਆਂ ਗੱਲਾਂ ਕਰਨ ਲੱਗ ਪਿਆ ਤੇ ਮੈਂ ਫਟਾਫਟ ਉੱਥੋਂ ਭੱਜਣਾ ਚਾਹੁੰਦੀ ਸੀ, ਪਰ ਉਹਨੇ ਪਹਿਲਾਂ ਹੀ ਮੈਨੂੰ ਫੜ ਲਿਆ ਤੇ ਬੈੱਡ ਤੇ ਧੱਕਾ ਮਾਰ ਕੇ ਆਪਣੀ ਕਮੀਜ਼ ਲਾਹੁਣ ਲੱਗ ਪਿਆ। ਸਭ ਕੁਝ ਮੇਰੇ ਲਈ ਬਹੁਤ ਜ਼ਿਆਦਾ ਅਜੀਬ ਸੀ। ਮੈਂ ਕਿਸੇ ਵੀ ਤੌਰ ਤੇ ਆਪਣੀ ਇੱਜ਼ਤ ਬਚਾਉਣਾ ਚਾਹੁੰਦੀ ਸੀ, ਪਰ ਇਹ ਮੇਰੇ ਲਈ ਬਹੁਤ ਔਖਾ ਸੀ। ਉਹ ਦੇਖਦੇ ਹੀ ਦੇਖਦੇ ਆਪਣੀ ਔਕਾਤ ਆ ਚੁੱਕਿਆ ਸੀ। ਮੇਰੇ ਨਾਲ ਉਹ ਸਭ ਕੁਝ ਉਹ ਕਰ ਚੁੱਕਿਆ ਸੀ। ਮੈਂ ਤਕਲੀਫ ਨਾਲ ਰੋ ਰਹੀ ਸੀ, ਉਹਦੀਆਂ ਮਿੰਨਤਾਂ ਕਰ ਰਹੀ ਸੀ ਕਿ ਮੈਨੂੰ ਛੱਡ ਦੇ, ਮੈਂ ਤੇਰੇ ਭਰਾ ਦੀ ਘਰਵਾਲੀ ਆਂ, ਰੱਬ ਦਾ ਵਾਸਤਾ ਮੇਰੇ ਤੇ ਤਰਸ ਕਰ ਲੈ। ਪਰ ਉਹ ਕੋਈ ਇਨਸਾਨ ਨਹੀਂ ਦਰਿੰਦਾ ਸੀ। ਉਹਨੇ ਮੇਰੇ ਤੇ ਤਰਸ ਨਹੀਂ ਕੀਤਾ ਤੇ ਮੈਂ ਚੀਕਾਂ ਮਾਰ ਕੇ ਆਪਣੀ ਜਠਾਣੀ ਨੂੰ ਆਵਾਜ਼ ਦਿੱਤੀ, ਪਰ ਮੇਰੀ ਜਠਾਣੀ ਦੀ ਆਵਾਜ਼ ਥੋੜ੍ਹੀ ਆ ਰਹੀ ਸੀ। ਮੇਰੀ ਜਠਾਣੀ ਤੱਕ ਨਹੀਂ ਪਹੁੰਚ ਰਹੀ ਸੀ।
ਉਹਦਾ ਵੀ ਸਰੀਰ ਭਾਰਾ ਹੋਣ ਕਰਕੇ ਉਹਦੇ ਕੋਲ ਜਲਦੀ ਉੱਠ ਵੀ ਨਹੀਂ ਹੁੰਦਾ ਸੀ। ਉਹਨੇ ਪੂਰੀ ਰਾਤ ਮੈਨੂੰ ਬਹੁਤ ਤੰਗ ਕੀਤਾ। ਮੈਂ ਉਹਦੇ ਅੱਗੇ ਹੱਥ ਜੋੜ ਦਿੱਤੇ ਤੇ ਉਹਦੇ ਕੋਲੋਂ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਉਹ ਬੰਦਾ ਤਾਂ ਮੈਨੂੰ ਛੱਡਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ। ਸਭ ਕੁਝ ਕਰਕੇ ਉਹ ਕਮਰੇ ਵਿੱਚੋਂ ਭੱਜ ਗਿਆ ਤਾਂ ਸਵੇਰ ਨੂੰ ਮੇਰੀ ਅੱਖ ਖੁੱਲ੍ਹੀ ਤਾਂ ਮੈਨੂੰ ਆਪਣੇ ਜਿਸਮ 'ਤੇ ਹਰ ਜਗ੍ਹਾ ਦਰਦ ਮਹਿਸੂਸ ਹੋ ਰਿਹਾ ਸੀ। ਮੇਰਾ ਜਿਸਮ ਤਕਲੀਫ ਚੱਲ ਰਿਹਾ ਸੀ ਤੇ ਮੈਨੂੰ ਬੁਖਾਰ ਵੀ ਹੋ ਗਿਆ। ਮੇਰੀ ਨਜ਼ਰ ਬਿਸਤਰੇ 'ਤੇ ਪਈ ਤੇ ਮੇਰੀਆਂ ਚੀਕਾਂ ਨਿਕਲ ਗਈਆਂ ਕਿਉਂਕਿ ਸਾਰਾ ਬਿਸਤਰਾ ਖੂਨ ਨਾਲ ਭਰਿਆ ਹੋਇਆ ਸੀ। ਮੈਂ ਸਮਝ ਗਈ ਸੀ ਕਿ ਇਸ ਬੰਦੇ ਨੇ ਮੈਨੂੰ ਬਰਬਾਦ ਕਰ ਦਿੱਤਾ। ਮੇਰੀ ਹਾਲਤ ਬਹੁਤ ਖਰਾਬ ਹੋ ਗਈ ਸੀ। ਮੇਰੇ ਕੋਲੋਂ ਤੁਰ ਵੀ ਨਹੀਂ ਹੁੰਦਾ ਸੀ। ਤਕਲੀਫ ਦਾ ਕਰਕੇ ਮੇਰੇ ਸਰੀਰ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ। ਮੈਂ ਆਪਣੇ ਆਪ ਨੂੰ ਇੰਨਾ ਬੇਵੱਸ ਮਹਿਸੂਸ ਕਰ ਰਹੀ ਸੀ ਕਿ ਇੱਕ ਸ਼ਹਿਰ ਦੀ ਕੁੜੀ ਸੀ। ਮੈਂ ਕਦੀ ਵੀ ਦੱਬ ਕੇ ਨਹੀਂ ਰਹਿ ਸਕਦੀ ਸੀ। ਮੈਂ ਇਹ ਸਭ ਕੁਝ ਸੋਚ ਰਹੀ ਸੀ ਕਿ ਜਿੱਦਾਂ ਹੀ ਮੇਰਾ ਘਰ ਵਾਲਾ ਘਰ ਆਊਗਾ, ਮੈਂ ਉਹਨੂੰ ਉਹਦੇ ਭਰਾ ਦੀਆਂ ਕਰਤੂਤਾਂ ਦੱਸ ਦੇਵਾਂਗੀ। ਉਹ ਇਨਸਾਨ ਮੇਰੇ ਨਾਲ ਕਿੰਨਾ ਵੱਡਾ ਜ਼ੁਲਮ ਕਰਦਾ ਰਿਹਾ। ਮੈਂ ਹਜੇ ਇਹ ਸੋਚ ਰਹੀ ਸੀ ਕਿ ਮੇਰੇ ਘਰ ਵਾਲੇ ਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਅੰਦਰ ਆ ਗਿਆ। ਮੇਰੀ ਹਾਲਤ ਦੇਖ ਕੇ ਦਰਵਾਜ਼ੇ 'ਤੇ ਹੀ ਉਹ ਰੁਕ ਗਿਆ ਤੇ ਕਹਿਣ ਲੱਗਾ ਕਿ ਤੈਨੂੰ ਕੀ ਹੋਇਆ? ਤੂੰ ਇਸ ਤਰ੍ਹਾਂ ਕਿਉਂ ਬੈਠੀ ਆ ਤੇ ਇਹ ਸਭ ਤੇਰੀ ਹਾਲਤ ਕਿੱਦਾਂ ਹੋ ਗਈ? ਉਹਨੂੰ ਵੀ ਅਹਿਸਾਸ ਹੋ ਚੁੱਕਿਆ ਸੀ ਕਿ ਇੱਥੇ ਕੁਝ ਗਲਤ ਹੋ ਗਿਆ। ਮੈਂ ਰੋ ਰੋ ਕੇ ਆਪਣੇ ਘਰ ਵਾਲੇ ਨੂੰ ਦੱਸ ਦਿੱਤਾ ਕਿ ਤੁਹਾਡੇ ਵੱਡੇ ਭਰਾ ਨੇ ਇਹ ਸਭ ਕੁਝ ਮੇਰੇ ਨਾਲ ਕੀਤਾ। ਜਿਹਨੂੰ ਤੁਸੀਂ ਆਪਣਾ ਪਿਓ ਮੰਨਦੇ ਸੀ, ਉਹਨੇ ਤੁਹਾਡੀ ਗੈਰ ਮੌਜੂਦਗੀ ਵਿੱਚ ਮੇਰੇ ਨਾਲ ਇੰਨੀ ਗੰਦੀ ਹਰਕਤ ਕੀਤੀ ਤੇ ਦਿਲ ਕਰ ਰਿਹਾ ਸੀ ਕਿ ਮੈਂ ਉੱਠ ਕੇ ਉਸ ਘਟੀਆ ਇਨਸਾਨ ਨੂੰ ਜਿੰਦਾ ਸਾੜ ਦੇਵਾਂ, ਪਰ ਮੈਨੂੰ ਉਹਨੇ ਕਿਸੇ ਜੋਗਾ ਨਹੀਂ ਛੱਡਿਆ ਸੀ। ਜਦ ਕਿ ਮੇਰਾ ਘਰ ਵਾਲਾ ਇਹ ਸੁਣ ਕੇ ਅਜੀਬ ਜਿਹੇ ਅੰਦਾਜ਼ ਵਿੱਚ ਮੁਸਕਰਾਇਆ ਤੇ ਇਹ ਦੇਖ ਕੇ ਮੈਂ ਹੈਰਾਨ ਹੋ ਗਈ। ਮੈਂ ਉਹਨੂੰ ਕਿਹਾ ਕਿ ਤੁਸੀਂ ਮੇਰੀ ਇਹ ਗੱਲ ਸੁਣਨ ਦੇ ਬਾਵਜੂਦ ਵੀ ਹੱਸ ਰਹੇ ਹੋ? ਤੁਹਾਡੇ ਭਰਾ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੇ ਤੁਸੀਂ ਹੱਸ ਰਹੇ ਹੋ? ਤੁਹਾਨੂੰ ਕੁਝ ਸਮਝ ਆ ਰਿਹਾ ਮੈਂ ਕੀ ਬੋਲ ਰਹੀ ਹਾਂ? ਉਹ ਅਚਾਨਕ ਹੱਸਦੇ ਮੇਰੇ ਬਰਾਬਰ ਬੈਠ ਗਿਆ ਤੇ ਕਹਿਣ ਲੱਗਾ ਕਿ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ। ਜੇ ਮੇਰੇ ਭਰਾ ਨੇ ਰਾਤ ਤੇਰੇ ਨਾਲ ਗੁਜ਼ਾਰ ਲਈ ਤਾਂ ਕੋਈ ਗੱਲ ਨਹੀਂ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੇਰਾ ਘਰ ਵਾਲਾ ਬੜਾ ਹੀ ਨੋਰਮਲ ਜਿਹਾ ਲੱਗਦਾ ਸੀ, ਜਿੱਦਾਂ ਉਹਦੀ ਹੀ ਇਹ ਸਾਰੀ ਪਲੈਨਿੰਗ ਹੋਵੇ। ਮੈਂ ਹੈਰਾਨ ਰਹਿ ਗਈ ਕਿ ਮੇਰਾ ਦਿਲ ਕਰਦਾ ਸੀ ਕਿ ਮੈਂ ਇੱਥੋਂ ਉੱਠ ਕੇ ਚਲੀ ਜਾਵਾਂ ਤੇ ਆਪਣੇ ਹੀ ਘਰ ਵਾਲੇ ਨੂੰ ਮੈਂ ਨਫ਼ਰਤ ਨਾਲ ਦੇਖ ਰਹੀ ਸੀ। ਮੈਂ ਉਹਨੂੰ ਪੁੱਛਿਆ ਕਿ ਇਹਦਾ ਕੀ ਮਤਲਬ ਹੋਇਆ? ਤੁਸੀਂ ਇਹ ਸਭ ਕੁਝ ਕਰਾਇਆ? ਤਾਂ ਅਚਾਨਕ ਹੀ ਉਹ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਿਆ ਤੇ ਕਹਿਣ ਲੱਗਿਆ ਕਿ ਸਭ ਕੁਝ ਮੈਂ ਹੀ ਕੀਤਾ। ਚੰਗਾ ਆ ਕੇ ਤੈਨੂੰ ਇਹਨਾਂ ਸਭ ਚੀਜ਼ਾਂ ਦਾ ਪਤਾ ਲੱਗ ਗਿਆ ਤੇ ਅੱਜ ਨਹੀਂ, ਇਹ ਤੇਰੇ ਨਾਲ ਹਰ ਰੋਜ਼ ਹੋਊਗਾ ਕਿਉਂਕਿ ਅਸੀਂ ਦੋਨੋਂ ਭਰਾ ਆਪਣੀ ਚੀਜ਼ ਇੱਕ ਦੂਸਰੇ ਨਾਲ ਵੰਡ ਕੇ ਇਸਤੇਮਾਲ ਕਰਦੇ ਹਾਂ। ਇਸੇ ਕਰਕੇ ਅਸੀਂ ਦੋਨੋਂ ਘਰ ਵਾਲਿਆਂ ਨੂੰ ਵੀ ਵੰਡ ਕੇ ਹੀ ਇਸਤੇਮਾਲ ਕਰਾਂਗੇ। ਇਹ ਸੁਣਨਾ ਹੀ ਸੀ ਕਿ ਮੇਰੇ ਮੂੰਹ ਦੇ ਰੰਗ ਉੱਡ ਗਏ। ਮੈਂ ਆਪਣੇ ਘਰ ਵਾਲੇ ਦੇ ਮੂੰਹ 'ਤੇ ਜ਼ੋਰ ਨਾਲ ਥੱਪੜ ਮਾਰਿਆ। ਮੈਨੂੰ ਹੈਰਾਨ ਹੋ ਕੇ ਉਹ ਦੇਖਣ ਲੱਗ ਪਿਆ। ਉਹਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਮੈਂ ਉਹਦੇ ਇੱਦਾਂ ਥੱਪੜ ਮਾਰੂੰਗੀ, ਬਲਕਿ ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣੇ ਘਰ ਵਾਲੇ ਦਾ ਸਿਰ ਵੀ ਪਾੜ ਦੇਵਾਂ। ਮੈਂ ਗੁੱਸੇ ਨਾਲ ਰੌਲਾ ਪਾ ਰਹੀ ਸੀ ਤੇ ਕਹਿਣ ਲੱਗੀ ਕਿ ਮੈਨੂੰ ਲਾਵਾਰਸ ਸਮਝਿਆ ਹੋਇਆ? ਮੈਂ ਤੁਹਾਡੇ ਭਰਾ ਦੇ ਨਾਲ ਰਾਤਾਂ ਗੁਜ਼ਾਰਾਂ? ਤੁਸੀਂ ਕਿੰਨੇ ਘਟੀਆ ਇਨਸਾਨ ਹੋ। ਮੈਂ ਇੱਕ ਮਿੰਟ ਵੀ ਇੱਥੇ ਨਹੀਂ ਰਹੂੰਗੀ। ਮੈਂ ਫਟਾਫਟ ਉੱਠ ਕੇ ਵਾਸ਼ਰੂਮ ਜਾਣ ਲੱਗੀ। ਇਸ ਤੋਂ ਪਹਿਲਾਂ ਮੈਂ ਬਾਥਰੂਮ ਜਾਂਦੀ ਤੇ ਅਮਿਤ ਨੇ ਮੈਨੂੰ ਫੜ ਲਿਆ ਤੇ ਬਚੀ ਹੋਈ ਹਿੰਮਤ ਵੀ ਉਹਨੇ ਮੇਰੀ ਖਤਮ ਕਰ ਦਿੱਤੀ। ਉਹ ਦੋਵੇਂ ਜੰਗਲੀ ਸੀ, ਬਿਲਕੁਲ ਵੀ ਉਹਨਾਂ ਵਿੱਚ ਅਹਿਸਾਸ ਨਾਮ ਦੀ ਕੋਈ ਚੀਜ਼ ਨਹੀਂ ਸੀ। ਸ਼ਾਮ ਤੱਕ ਮੇਰੀ ਅੱਖ ਖੁੱਲ੍ਹੀ ਤਾਂ ਮੇਰੀ ਜਠਾਣੀ ਮੇਰੇ ਕੋਲ ਬੈਠੀ ਹੋਈ ਸੀ। ਮੈਂ ਬੇਹਾਲ ਹੋਈ ਪਈ ਸੀ। ਮੈਂ ਸ਼ਰਮਿੰਦਗੀ ਨਾਲ ਉਹਦੇ ਚਿਹਰੇ ਨੂੰ ਦੇਖ ਕੇ ਮੈਨੂੰ ਸਮਝ ਆ ਗਿਆ ਸੀ ਕਿ ਉਹ ਸਾਰੀਆਂ ਚੀਜ਼ਾਂ ਉਹਦੇ ਨਾਲ ਵੀ ਹੁੰਦੀਆਂ। ਮੈਂ ਉਹਦੇ ਵੱਲ ਦੇਖਿਆ ਤੇ ਪੁੱਛਿਆ ਕਿ ਤੁਸੀਂ ਸਭ ਕੁਝ ਕਿੱਦਾਂ ਬਰਦਾਸ਼ਤ ਕਰ ਰਹੇ ਆ? ਮੇਰੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ। ਮੇਰੇ ਵੱਲ ਦੇਖਦੇ ਹੋਏ ਉਹ ਕਹਿਣ ਲੱਗੀ ਕਿ ਜਦੋਂ ਤੋਂ ਮੇਰਾ ਵਿਆਹ ਹੋਇਆ ਉਦੋਂ ਤੋਂ ਹੀ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਤੁਹਾਡਾ ਘਰ ਵਾਲਾ ਇੰਨਾ ਪਿਆਰ ਕਰਨ ਦੇ ਬਾਵਜੂਦ ਵੀ ਉਹ ਤੁਹਾਡੇ ਨਾਲ ਹੀ ਸਭ ਕੁਝ ਕਰਵਾ ਸਕਦਾ। ਮੈਂ ਉਹਦੀਆਂ ਗੱਲਾਂ ਸੁਣੀਆਂ ਤੇ ਕਿਹਾ ਕਿ ਇਨਸਾਨ ਸਭ ਕੁਝ ਬਦਲ ਸਕਦਾ, ਪਰ ਆਪਣੀ ਫਿਤਰਤ ਤੋਂ ਕਦੀ ਵੀ ਬਾਜ਼ ਨਹੀਂ ਆ ਸਕਦਾ। ਇਹੀ ਹਾਲ ਮੇਰਾ ਤੇ ਮੇਰੇ ਘਰ ਵਾਲੇ ਦਾ। ਮੈਨੂੰ ਤਾਂ ਹੈਰਾਨੀ ਹੋ ਰਹੀ ਆ ਕਿ ਇਹ ਸਭ ਕੁਝ ਇਸ ਘਰ ਵਿੱਚ ਹੋ ਰਿਹਾ
ਤੇ ਤੁਸੀਂ ਕਦੀ ਵੀ ਬੋਲੇ ਨਹੀਂ। ਤੁਹਾਨੂੰ ਬੋਲਣਾ ਚਾਹੀਦਾ। ਉਹਨਾਂ ਦੋਨਾਂ ਨੇ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ। ਇਹ ਰਿਸ਼ਤਾ ਖਤਮ ਕਰਕੇ ਚਲੇ ਜਾਣਾ ਚਾਹੀਦਾ। ਪਰ ਤੁਸੀਂ ਇਦਾਂ ਨਹੀਂ ਕੀਤਾ, ਬਲਕਿ ਉਹਨਾਂ ਦੋਨਾਂ ਦਾ ਹੌਸਲਾ ਦਿੱਤਾ, ਜਿਹਦਾ ਸ਼ਿਕਾਰ ਅੱਜ ਮੈਂ ਵੀ ਹੋ ਗਈ। ਮੇਰੀ ਗੱਲ ਸੁਣ ਕੇ ਮੇਰੀ ਜਠਾਣੀ ਕਹਿਣ ਲੱਗੀ ਕਿ ਤੂੰ ਸ਼ਹਿਰ ਦੀ ਕੁੜੀ ਆ, ਤੈਨੂੰ ਇਹ ਸਾਰੀਆਂ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ, ਪਰ ਮੈਂ ਪਿੰਡ ਦੀ ਰਹਿਣ ਵਾਲੀ ਆ। ਜੇ ਮੈਂ ਇਦਾਂ ਦੀ ਗੱਲ ਕਿਸੇ ਨਾਲ ਵੀ ਕਰਦੀ ਤਾਂ ਮੇਰੀ ਗੱਲ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਘਰ ਬਰਬਾਦ ਹੋ ਜਾਵੇ। ਮੈਨੂੰ ਇੰਨਾ ਗੁੱਸਾ ਆ ਰਿਹਾ ਸੀ ਕਿ ਮੇਰਾ ਦਿਲ ਕਰਦਾ ਸੀ ਕਿ ਉਸ ਔਰਤ ਦੇ ਮੂੰਹ ਤੇ ਵੀ ਥੱਪੜ ਮਾਰ ਦੇਵਾਂ। ਇਦਾਂ ਹੀ ਔਰਤਾਂ ਬੰਦਿਆਂ ਨੂੰ ਸਿਰ ਚੜਾ ਲੈਂਦੀਆਂ ਗਲਤ ਕੰਮਾਂ ਦਾ ਕਰਕੇ। ਮੈਂ ਆਪਣੀ ਥਾਂ ਤੋਂ ਉੱਠੀ ਤੇ ਗੁੱਸੇ ਨਾਲ ਰੌਲਾ ਪਾਉਂਦੀ ਹੋਈ ਕਹਿਣ ਲੱਗੀ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਤੁਸੀਂ ਇਦਾਂ ਦੀਆਂ ਚੀਜ਼ਾਂ ਨੂੰ ਹੌਸਲਾ ਦੇ ਰਹੇ ਹੋ। ਜੇ ਤੁਸੀਂ ਪਹਿਲਾਂ ਹੀ ਇਹਨਾਂ ਚੀਜ਼ਾਂ ਨੂੰ ਰੋਕਿਆ ਹੁੰਦਾ ਤੇ ਜੇ ਇਹ ਸਭ ਕੁਝ ਮੇਰੇ ਨਾਲ ਨਾ ਹੁੰਦਾ, ਤੁਹਾਡੀ ਵੀ ਇੱਕ ਕੁੜੀ ਆ, ਤੁਸੀਂ ਆਪਣੀ ਧੀ ਦੇ ਲਈ ਸਹੀ ਕੁਝ ਤਾਂ ਕਰਦੇ, ਕਿਉਂਕਿ ਆਪਣੇ ਆਪ ਨੂੰ ਤਾਂ ਉਹਨਾਂ ਦੋਵਾਂ ਮਰਦਾਂ ਦੇ ਵਿੱਚ ਬਰਬਾਦ ਕਰ ਰਹੇ ਸੀ। ਮੇਰੀ ਜਠਾਣੀ ਮੇਰੀਆਂ ਗੱਲਾਂ ਸੁਣ ਕੇ ਸ਼ਰਮਿੰਦਗੀ ਹੋ ਗਈ। ਮੇਰੀ ਜਠਾਣੀ ਦਾ ਸ਼ਰਮ ਨਾਲ ਸਿਰ ਝੁਕਿਆ ਹੋਇਆ ਸੀ। ਮੈਂ ਆਪਣੇ ਥਾਂ ਤੋਂ ਉੱਠ ਕੇ ਬਾਥਰੂਮ ਵਿੱਚ ਫਰੈਸ਼ ਹੋ ਕੇ ਆਪਣਾ ਸਮਾਨ ਪੈਕ ਕਰਨ ਲੱਗ ਪਈ। ਮੇਰੀ ਜਠਾਣੀ ਮੈਨੂੰ ਦੇਖ ਕੇ ਕਹਿਣ ਲੱਗੀ ਕਿ ਇਹ ਤੂੰ ਕੀ ਕਰ ਰਹੀ ਆ। ਮੈਂ ਉਹਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਆਪਣੇ ਘਰ ਆ ਗਈ। ਆਪਣੇ ਘਰ ਆਉਣ ਤੋਂ ਬਾਅਦ ਮਾਂ ਪਿਓ ਨੇ ਮੈਨੂੰ ਪੁੱਛਿਆ, ਪਰ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਜਿਹਨੂੰ ਮੈਂ ਆਪਣੇ ਲਈ ਚੁਣਿਆ ਸੀ ਉਹ ਦਰਿੰਦਾ, ਉਸ ਦਰਿੰਦੇ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ। ਥੋੜੇ ਦਿਨਾਂ ਬਾਅਦ ਮੈਂ ਆਪਣੇ ਘਰ ਵਾਲੇ ਕੋਲੋਂ ਤਲਾਕ ਲੈ ਲਿਆ ਤੇ ਉਸ ਦਰਿੰਦੇ ਦੇ ਨਾਲ ਬਿਲਕੁਲ ਵੀ ਆਪਣੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ, ਜਿਹਨੂੰ ਇਨਸਾਨੀਅਤ ਦੇ ਸ਼ਬਦਾਂ ਬਾਰੇ ਕੁਝ ਵੀ ਨਹੀਂ ਪਤਾ ਸੀ। ਕੁਝ ਸਾਲਾਂ ਬਾਅਦ ਮੈਨੂੰ ਪਤਾ ਲੱਗਿਆ ਕਿ ਮੇਰੀ ਜਠਾਣੀ ਵੀ ਆਪਣੀ ਕੁੜੀ ਲੈ ਕੇ ਉਹਨਾਂ ਦੋਨਾਂ ਜਾਨਵਰਾਂ ਤੋਂ ਅਲੱਗ ਹੋ ਗਈ ਸੀ। ਉਹਨੇ ਵੀ ਉਹਦੇ ਕੋਲੋਂ ਡਿਵੋਰਸ ਲੈ ਲਿਆ ਸੀ। ਇਸ ਪਿੰਡ ਵਿੱਚ ਬਹੁਤ ਹੀ ਸੁਲਝੇ ਤੇ ਸਮਝਦਾਰ ਲੋਕ ਵੀ ਦੇਖੇ ਸੀ, ਪਰ ਇਹ ਦੋਨੋਂ ਭਰਾ ਬਿਲਕੁਲ ਵੀ ਅਲੱਗ ਸੀ। ਸ਼ਾਇਦ ਉਮਰ ਹੋਣ ਕਰਕੇ ਮਾਂ ਪਿਓ ਦੀ ਮੌਤ ਹੋ ਗਈ ਸੀ ਤੇ ਦੋਨੋਂ ਭਰਾ ਇੱਕ ਦੂਜੇ ਦੇ ਬਹੁਤ ਜ਼ਿਆਦਾ ਕਰੀਬ ਸੀ। ਹਰ ਗੱਲ ਇੱਕ ਦੂਜੇ ਨਾਲ ਸ਼ੇਅਰ ਕਰਦੇ ਸੀ ਤੇ ਆਪਣੀ ਚੀਜ਼ ਨੂੰ ਵੀ ਇੱਕ ਦੂਜੇ ਨੂੰ ਵੰਡ ਲੈਂਦੇ ਸੀ। ਮੈਨੂੰ ਤਾਂ ਇਹੀ ਲੱਗਿਆ ਸੀ ਕਿ ਸ਼ਾਇਦ ਘਰ ਵਾਲੀ ਵੀ ਇਦਾਂ ਦੀ ਹੀ ਚੀਜ਼ ਆ, ਇਸ ਲਈ ਘਰ ਵਾਲੇ ਨੂੰ ਆਸਾਨੀ ਨਾਲ ਵੰਡ ਸਕਦੇ ਆ। ਪਰ ਉਹ ਤਾਂ ਇੰਨੇ ਦਰਿੰਦੇ ਇਨਸਾਨ ਆ, ਉਹਨਾਂ ਨੂੰ ਤੇ ਇਹ ਵੀ ਨਹੀਂ ਪਤਾ ਸੀ ਕਿ ਔਰਤਾਂ ਵੀ ਇਨਸਾਨ ਹੁੰਦੀਆਂ। ਹਾਂਜੀ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਕਹਾਣੀ ਵਧੀਆ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ, ਤਾਂ ਕਿ ਆਉਣ ਵਾਲੀ ਨਵੀਂ ਕਹਾਣੀ ਸਭ ਤੋਂ ਤੁਹਾਡੇ ਕੋਲੇ ਪਹਿਲਾਂ ਪਹੁੰਚ ਸਕੇ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।